ਸਿੱਖਾਂ ਦੇ ਲਈ, ਇੱਕ ਸਿੱਖ ਦੇ ਲਈ ਵਿਵੇਕ ਬੁੱਧੀ ਵਾਲਾ ਹੋਣਾ ਉਹਦੀ ਚੋਇਸ ਨਹੀਂ ਹੈਗੀ, ਇਹ ਰੂਲ ਹੈ, ਧਾਰਮਿਕ ਰੂਲ ਹੈ। ਔਰ ਪਹਿਲੇ ਐਪੀਸੋਡਸ ਦੇ ਵਿੱਚ ਮੈਂ ਗੱਲ ਕਰ ਚੁੱਕੀ ਕਿ ਧਰਮ ਨੂੰ ਬੇਸਿਕਲੀ ਬੜਾ ਮੀਨ ਵਰਡ ਬਣਾ ਕੇ ਪੇਸ਼ ਕੀਤਾ ਗਿਆ ਬਹੁਤ ਸਾਰੇ ਲੋਕਾਂ ਵੱਲੋਂ, ਪਰ ਧਰਮ ਜਿਹੜਾ ਆ ਉਹ ਡਿਫਰੈਂਟ ਆ ਟੂ ਰਿਲੀਜਨ। ਸੋ ਜਦੋਂ ਮੈਂ ਧਰਮ ਦੀ ਗੱਲ ਕਰ ਰਹੀ ਤਾਂ ਮੈਂ ਰਿਲੀਜਨ ਦੀ ਗੱਲ ਨਹੀਂ ਕਰ ਰਹੀ। ਰਿਲੀਜਨ ਦਾ ਸਿੱਖਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਧਰਮ ਦਾ ਸਿੱਖਾਂ ਦੇ ਨਾਲ ਲੈਣਾ ਦੇਣਾ ਜ਼ਰੂਰ ਹੈ। ਸੋ ਸਾਡੇ ਧਰਮ ਦਾ ਜਿਹੜਾ ਪਹਿਲਾ ਨਿਯਮ ਹੈ, ਕਿਉਂਕਿ ਧਰਮ ਬਿਨਾਂ ਨਿਯਮ ਦੇ ਨਹੀਂ ਹੋ ਸਕਦਾ, ਤਾਂ ਜਿਹੜਾ ਪਹਿਲਾ ਨਿਯਮ ਹੈ ਉਹ ਹੈ ਵਿਵੇਕ ਬੁੱਧੀ ਦਾ। ਸਿੱਖਾਂ ਵਾਸਤੇ ਵਿਵੇਕ ਬੁੱਧ ਵਾਲਾ ਹੋਣਾ ਬਹੁਤ ਬਹੁਤ ਲਾਜ਼ਮੀ ਹੈ, ਜ਼ਰੂਰੀ ਆ, ਪਹਿਲੀ ਚੀਜ਼ ਹੈ। ਹੁਣ ਜਿਵੇਂ ਮੈਂ ਹੁਣੇ ਕਹਿ ਕੇ ਹਟੀ ਹਾਂ ਕਿ ਸਿੱਖ ਹਰ ਇਨਫੋਰਮੇਸ਼ਨ ਨੂੰ ਬੜੀ ਸਹਿਜਤਾ ਨਾਲ ਸੁਣਦਾ, ਫਿਰ ਉਸ ਦੀ ਪੜਚੋਲ ਕਰਦਾ ਔਰ ਬੜੀ ਵਿਵੇਕਤਾ ਦੇ ਨਾਲ, ਬੜੀ ਵਿਵੇਕ ਬੁੱਧੀ ਦੇ ਨਾਲ ਉਸ ਦੇ ਸਵਾਲ ਜਵਾਬ ਕਰਦਾ ਔਰ ਉਸ ਦੇ ਅਸਲ ਮਨੋਰਥ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ। ਹੁਣ ਸਿੱਖ ਜਿਹੜਾ ਹੈ, ਇੱਕ ਇਹ ਵੀ ਗੱਲ ਨਾਲ ਆਪਾਂ ਕੀਤੀ ਸੀਗੀ ਕਿ ਸਿੱਖ ਦਾ ਸਵਾਲ ਜਾਂ ਸਵਾਲ ਜਵਾਬ ਜਿਹੜਾ ਉਹ ਸਿਰਫ ਸਵਾਲ ਮਾਤਰ ਸਵਾਲ ਨਹੀਂ ਹੁੰਦਾ ਜਾਂ ਸਵਾਲ ਕਰਨ ਦੇ ਲਈ ਸਵਾਲ ਨਹੀਂ ਹੁੰਦਾ, ਉਹ ਇੱਕ ਖੋਜੀ ਦੀ ਤਰ੍ਹਾਂ ਸਵਾਲ ਕਰਦਾ। ਮਤਲਬ ਕਿ ਉਹ ਇੱਕ ਖੋਜੀ ਦੀ ਤਰ੍ਹਾਂ, ਇੱਕ ਰਿਸਰਚਰ ਦੇ ਵਾਂਗੂ ਸਵਾਲ ਕਰਦਾ ਹੈ ਜਵਾਬ ਤੱਕ ਪਹੁੰਚਣ ਦੇ ਲਈ, ਉਹ ਜਵਾਬ ਲੱਭਣ ਦੇ ਲਈ ਸਵਾਲ ਕਰਦਾ। ਇਹ ਇੰਪੋਰਟੈਂਟ ਹੈ ਇੱਕ ਸਿੱਖ ਦੇ ਲਈ। ਹੁਣ ਅਗਰ ਆਪਾਂ ਕਿਸੇ ਤਰੀਕੇ ਦੀ ਵੀ ਕੋਈ ਗੱਲ ਕਰਦੇ ਹਾਂ ਤਾਂ ਮੈਂ ਸਿਰਫ ਇਸ ਕਰਕੇ ਕੁਐਸਚਨ ਨਹੀਂ ਕਰ ਸਕਦੀ ਕਿਉਂਕਿ ਫਲਾਣਾ ਬੰਦਾ ਮੈਨੂੰ ਪਸੰਦ ਨਹੀਂ ਆ ਅਤੇ ਉਸ ਦੀ ਗੱਲ ਨੂੰ ਮੈਂ ਕੱਟਣਾ ਹੀ ਕੱਟਣਾ ਅਤੇ ਮੈਂ ਉਹਦਾ ਸਵਾਲ ਕਰਾਂ ਔਰ ਕਹਾਂ ਕਿ ਵੇਖੋ ਮੈਂ ਤਾਂ ਬੜੀ ਵਿਵੇਕਤਾ ਵਾਲੀ, ਨਾ, ਇਹ ਪੋਸੀਬਲ ਨਹੀਂ ਆ। ਉਹ ਮੇਰੀ ਈਗੋ ਹੈ। ਅਗਰ ਇਸ ਤਰੀਕੇ ਨਾਲ ਮੈਂ ਕਰਦੀ ਹਾਂ ਤਾਂ ਉਹ ਮੇਰੀ ਈਗੋ ਹੈ। ਪਰ ਇੱਕ ਸਿੱਖ ਹੋਣ ਦੇ ਨਾਤੇ ਮੇਰਾ ਫਰਜ਼ ਕੀ ਹੈ ਕਿ ਅਗਰ ਮੇਰੇ ਕੋਲ ਕੋਈ ਇਨਫੋਰਮੇਸ਼ਨ ਆਈ, ਮੈਂ ਉਸਨੂੰ ਆਪਣੀ ਵਿਵੇਕ ਬੁੱਧੀ ਦੇ ਉੱਤੇ, ਜੋ ਕਿ ਗੁਰਮਤ ਦੇ ਥਰੂ ਆਪਣੇ ਆਪ ਨੂੰ ਅਲਾਈਨ ਕਰੂਗੀ, ਜੋ ਗੁਰਮਤ ਦੇ ਨਾਲ ਅਲਾਈਨਡ ਹੋਊਗੀ, ਗੁਰਮਤ ਦੀ ਕਸਵੱਟੀ ਦੇ ਉੱਤੇ ਰੱਖ ਕੇ ਮੈਂ ਉਸ ਇਨਫੋਰਮੇਸ਼ਨ ਨੂੰ ਪਰਖੂੰਗੀ। ਜੇ ਉਹ ਇਨਫੋਰਮੇਸ਼ਨ ਮੇਰੀ ਸਾਡੀ ਗੁਰਬਾਣੀ ਦੇ ਅਕੋਰਡਿੰਗ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਕੋਰਡਿੰਗ ਸਹੀ ਆ, ਉਹ ਮੇਰੇ ਕੋਲ ਹੋ ਰਹੂਗੀ ਔਰ ਜਿਹੜੀ ਨਹੀਂ ਉਹਨੂੰ ਮੈਂ ਰਿਜੈਕਟ ਕਰ ਦੂੰਗੀ। ਇਹ ਮੇਰਾ ਤਰੀਕਾ ਹੋ ਸਕਦਾ। ਹੁਣ ਜਦੋਂ ਵੀ ਆਪਾਂ ਕਿਸੇ ਵੀ ਚੀਜ਼ ਨੂੰ ਜਦੋਂ ਆਪਾਂ ਵਿਵੇਕਤਾ ਦੇ ਨਾਲ ਸਮਝਦੇ ਹਾਂ, ਉਹਨੂੰ ਪੜਚੋਲ ਕਰਦੇ ਹਾਂ ਔਰ ਉਹਦੇ ਵਿੱਚੋਂ ਆਪਾਂ ਜਵਾਬ ਲੱਭਣ ਦੀ ਵੀ ਕੋਸ਼ਿਸ਼ ਕਰਦੇ ਹਾਂ, ਪਰ ਕਰਾਂਗੇ ਆਪਾਂ ਗੁਰਬਾਣੀ ਦੇ ਜ਼ਰੀਏ, ਗੁਰਬਾਣੀ ਦੀ ਕਸਵੱਟੀ ਦੇ ਉੱਤੇ ਹੀ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਪਰਖਿਆ ਜਾਊਗਾ, ਅਦਰਵਾਈਜ਼ ਨਹੀਂ। ਜਦੋਂ ਆਪਾਂ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦੇਵਾਂਗੇ ਨਾ ਤਾਂ ਸਾਡਾ ਸਭ ਤੋਂ ਪਹਿਲਾ ਜਿਹੜਾ ਛੁਟਕਾਰਾ ਉਹ ਦੇਹਧਾਰੀ ਗੁਰੂਡਮ ਤੋਂ ਹੋ ਜਾਊਗਾ। ਕਿਉਂਕਿ ਦੇਹਧਾਰੀ ਜਾਂ ਇਹ ਕਹਿ ਲਈਏ ਕਿ ਦੇਹਾਂ ਦੇ ਨਾਲ ਆਪਾਂ ਅਟੈਚ ਕਦੋਂ ਹੁੰਦੇ ਹਾਂ, ਜ਼ਰੂਰੀ ਨਹੀਂ ਗੁਰੂਡਮ ਵੀ ਕਹਿਣਾ ਬਹੁਤ ਵੱਡੀ ਗੱਲ ਆ, ਪਰ ਆਪਾਂ ਦੇਹਾਂ ਦੇ ਨਾਲ ਅਟੈਚ ਕਦੋਂ ਹੁੰਦੇ ਹਾਂ, ਜਦੋਂ ਸਾਨੂੰ ਇਹ ਲੱਗਣ ਲੱਗ ਜਾਂਦਾ ਕਿ ਫਲਾਣਾ ਬੰਦਾ ਜੋ ਕੁਛ ਵੀ ਬੋਲ ਰਿਹਾ ਉਹ ਸੱਚ ਹੈ ਔਰ ਮੈਨੂੰ ਉਹਦੇ 'ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨਾ। ਅੰਧ ਭਗਤੀ ਜਿਹੜੀ ਆ ਉਹ ਇਸੇ ਵਿੱਚੋਂ ਹੀ ਨਿਕਲ ਕੇ ਆਉਂਦੀ ਆ, ਕਿਉਂਕਿ ਅਸੀਂ ਉਹਨੂੰ ਪਰਖਣਾ ਬੰਦ ਕਰ ਦਿੰਦੇ ਹਾਂ। ਅਸੀਂ ਉਹਨੂੰ ਆਪਣੀ ਵਿਵੇਕਤਾ ਦੇ ਨਾਲ ਦੀ ਕਸਵੱਟੀ ਦੇ ਉੱਤੇ ਜਿਹੜਾ ਉਹਨੂੰ ਪਰਖਣਾ ਬੰਦ ਕਰ ਦਿੰਦੇ ਹਾਂ। ਉਹ ਚਾਹੇ ਕੋਈ ਵੀ ਹੋਏ, ਅਗਰ ਮੈਂ ਵੀ ਕੋਈ ਗੱਲ ਕਰਦੀ ਹਾਂ ਔਰ ਤੁਸੀਂ ਮੈਨੂੰ ਸੁਣਦੇ ਹੋ ਔਰ ਤੁਹਾਨੂੰ ਇਹ ਲੱਗਦਾ ਕਿ ਇਹ ਤਾਂ ਬੀਬੀ ਹਮੇਸ਼ਾ ਸੱਚ ਬੋਲੂਗੀ ਜਾਂ ਬਿਲਕੁਲ ਹੀ ਠੀਕ ਹੋਊਗੀ, ਤਾਂ ਤੁਹਾਡੀ ਗਲਤੀ ਆ, ਕਿਉਂਕਿ ਇਹ ਪੋਸੀਬਲ ਨਹੀਂ ਹੋ ਸਕਦਾ ਮੇਰੀ ਕੋਈ ਗੱਲ ਮੈਂ ਆਪਣੇ ਮਨਮੱਤ ਦੇ ਵਿੱਚੋਂ ਬੋਲ ਰਹੀ ਹੋਵਾਂ। ਸੋ ਮੇਰੀ ਹਰ ਇੱਕ ਗੱਲ ਨੂੰ, ਹਰ ਇੱਕ ਇਨਫੋਰਮੇਸ਼ਨ ਨੂੰ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ, ਜੋ ਵੀ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ, ਤੁਸੀਂ ਉਸ ਨੂੰ ਇੱਕ ਇਨਫੋਰਮੇਸ਼ਨ ਰੂਪ ਦੇ ਵਿੱਚ ਸਮਝ ਕੇ ਫਿਰ ਉਹਨੂੰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਪਰਖੋ। ਜਿਹੜੀ ਗੱਲ ਮੇਰੀ ਗੁਰਬਾਣੀ ਦੇ ਅਕੋਰਡਿੰਗ ਸਹੀ ਲੱਗਦੀ ਆ ਉਹਨੂੰ ਤੁਸੀਂ ਰੱਖ ਲਓ, ਜਿਹੜੀ ਲੱਗਦੀ ਆ ਕਿ ਇਹ ਮਨਮਤ ਆ, ਗੁਰਮਤ ਨਹੀਂ ਆ, ਉਹਨੂੰ ਛੱਡ ਦਿਓ। ਔਰ ਇਹੀ ਟੈਸਟ ਜਿਹੜਾ ਹੈ ਨਾ, ਇਹਨੂੰ ਇੱਕ ਲਿਟਮਸ ਟੈਸਟ ਵਾਂਗੂ ਸਮਝ ਲਓ ਕਿ ਆਪਾਂ ਹਰ ਕਿਸੇ ਜਗ੍ਹਾ ਦੇ ਉੱਤੇ ਕਰਨਾ। ਜਿਸ ਦਿਨ ਅਸੀਂ ਇਹ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਅਸੀਂ ਦੇਹਾਂ ਨਾਲੋਂ ਟੁੱਟ ਕੇ ਸ਼ਬਦ ਦੇ ਲੜ ਲੱਗ ਜਾਵਾਂਗੇ, ਗੁਰਬਾਣੀ ਦੇ ਵੱਲ ਲੜ ਲੱਗ ਜਾਵਾਂਗੇ। ਸੋ ਜਦੋਂ ਗੁਰੂ ਪਾਤਸ਼ਾਹ ਸਾਨੂੰ ਪਾਂਧੇ ਪਾਸ ਪੜ੍ਹਨ ਜਾਣ ਲੱਗਿਆਂ ਔਰ ਇਹ ਪ੍ਰੈਕਟੀਕਲ ਐਕਸਪੀਰੀਅੰਸ ਦੇ ਥਰੂ ਸਾਡਾ ਫਸਟ ਰੂਲ ਵਿਵੇਕ ਬੁੱਧੀ ਵਾਲਾ ਦਿੰਦੇ ਨੇ ਕਿ ਸਿੱਖ ਵਿਵੇਕ ਬੁੱਧੀ ਤੋਂ ਵਹੀਣਾ ਨਹੀਂ ਹੋ ਸਕਦਾ। ਸਿੱਖ ਲਈ ਵਿਵੇਕੀ ਹੋਣਾ ਉਹਦਾ ਪਹਿਲਾ ਨਿਯਮ ਹੈ। ਉਸ ਸਮੇਂ ਹੀ ਉਹ ਸਾਨੂੰ ਕਹਿ ਦਿੰਦੇ ਨੇ ਕਿ ਤੁਹਾਡਾ ਗੁਰੂ ਸਿਰਫ ਸ਼ਬਦ ਹੋ ਸਕਦਾ ਹੈ, ਕਿਉਂਕਿ ਸਿਰਫ ਸ਼ਬਦ ਹੀ ਸਹੀ ਹੋ ਸਕਦਾ। ਬਾਕੀ ਹਰ ਇੱਕ ਚੀਜ਼, ਇਨਸਾਨ ਦੇ ਮੂੰਹ 'ਚੋਂ ਨਿਕਲੀ ਹੋਈ ਹਰ ਇੱਕ ਚੀਜ਼ ਜਿਹੜੀ ਆ ਉਹ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਜਾ ਕੇ ਸ਼ਾਇਦ ਉਸ ਕਸਵੱਟੀ ਦੇ ਉੱਤੋਂ ਖਰੀ ਨਾ ਉਤਰੇ। ਸੋ ਉਹ ਗੁਰੂ ਜਿਹੜਾ ਦੇਹਧਾਰੀ ਜਾਂ ਆਪਾਂ ਕਹਿ ਲਈਏ ਕਿ ਦੇਹਾਂ ਦੇ ਨਾਲ ਅਟੈਚਮੈਂਟ ਆ, ਉਹ ਗੁਰੂ ਨਾਨਕ ਪਾਤਸ਼ਾਹ ਸਾਨੂੰ ਉਸ ਵੇਲੇ ਜਦੋਂ ਵਿਵੇਕਤਾ ਦਾ ਦਾਨ ਸਾਨੂੰ ਬਖਸ਼ਦੇ ਨੇ ਔਰ ਆਪਾਂ ਬਕਾਇਦਾ ਅਰਦਾਸ ਦੇ ਵਿੱਚ ਮੰਗਦੇ ਵੀ ਹਾਂ ਵਿਵੇਕ ਦਾਨ,
ਤੇ ਜਦੋਂ ਵਿਵੇਕਤਾ ਦਾ ਦਾਨ ਸਾਨੂੰ ਗੁਰੂ ਨਾਨਕ ਪਾਤਸ਼ਾਹ ਪਹਿਲੀ ਵਾਰੀ 'ਚ ਬਖਸ਼ਦੇ ਨੇ ਤਾਂ ਉਦੋਂ ਹੀ ਸਾਨੂੰ ਉਹ ਰਸਤਾ ਸਾਡੇ ਵਾਸਤੇ, ਸਾਡੇ ਧਰਮ ਦਾ ਰਸਤਾ ਉਹ ਸਾਫ਼ ਸਪਸ਼ਟ ਕਰ ਦਿੰਦੇ ਆ ਕਿ ਸਿੱਖ ਵਿਵੇਕੀ ਹੋਊਗਾ, ਵਿਵੇਕੀ ਹੋਣ ਦੇ ਕਰਕੇ ਹੀ ਉਹ ਦੇਹਾਂ ਤੋਂ ਦੂਰ ਰਹੂਗਾ।